ਮਿੰਟੂ ਜੀ, ਆਹ ਕਿਹੜੀ ਨਵੀਂ ਪਾਲਿਸੀ ਹੈ ਜਿਹਦੇ ਵਿੱਚ ਕਿਹਾ ਜਾ ਰਿਹਾ ਵੀ ਜਿਹੜੀ ਕੋਈ ਫੋਰਨ ਕੰਟਰੀ ਦੇ ਵਿੱਚ ਕੋਈ ਪ੍ਰਾਪਰਟੀ ਹੋਵੇਗੀ, ਵਿਦੇਸ਼ 'ਚ ਪ੍ਰਾਪਰਟੀ ਹੋਏਗੀ, ਉਹ ਡਿਕਲੇਅਰ ਕਰਨੀ ਪੈਣੀ ਆ? ਇਹ ਪਾਲਿਸੀ ਕਿਹਦੇ ਤੇ ਲਾਗੂ ਹੋਣੀ ਹੈ ਜੀ? ਦੇਖੋ, ਇਹ ਹੈ ਕਿ ਜਿਹੜਾ ਵੀ ਕੋਈ ITR ਭਰਦਾ ਹੈ, ਇਨਕਮ ਟੈਕਸ ਰਿਟਰਨ ਭਰਦਾ ਹੈ, ਉਹਦੇ ਵਿੱਚ ਉਸਨੂੰ ਇਹ ਦੱਸਣਾ ਪਵੇਗਾ ਕਿ ਜੇਕਰ ਉਹਦੀ ਕੋਈ ਬਾਹਰ ਹੈਗੀ ਆ ਪ੍ਰਾਪਰਟੀ ਤਾਂ ਉਹਨੂੰ ਉਹ ਲੁਕਾਏਗਾ ਨਹੀਂ। ਜੇ ਲੁਕਾਏਗਾ ਤਾਂ ਇਨ ਕੇਸ ਮੰਨ ਲਓ ਉਹ ਫੜਿਆ ਜਾਂਦਾ ਤਾਂ ਫਿਰ 10 ਲੱਖ ਰੁਪਏ ਤੱਕ ਜੁਰਮਾਨਾ ਹੋਏਗਾ। ਮਤਲਬ ਸਾਫ਼ ਹੈ, ਸਪਸ਼ਟ ਹੈ ਕਿ ਵਿਦੇਸ਼ ਦੇ ਵਿੱਚ ਜੇਕਰ ਕੋਈ ਬੈਂਕ ਅਕਾਊਂਟ ਹੈ, ਉਹ ਵੀ ਆ ਗਿਆ ਨਾ, ਇੱਕ ਤਰ੍ਹਾਂ ਨਾਲ ਅਸਾਸਾ ਆ ਗਿਆ ਉਹ ਵੀ, ਤਾਂ ਜੇ ਪ੍ਰਾਪਰਟੀ ਹੈ ਜਾਂ ਬੈਂਕ ਖਾਤਾ ਹੈ ਤਾਂ ਜੋ ਇਨਕਮ ਟੈਕਸ ਦੀ ਰਿਟਰਨ ਜਾਣੀ ਹੈ ਤੁਹਾਡੀ, ਜੋ ਫਾਈਨੈਂਸ਼ੀਅਲ ਈਅਰ ਦੇ ਹਿਸਾਬ ਨਾਲ ਜਾਂਦੀ ਹੈ, ਇੱਥੇ ਪਿਛਲੀ ਡੇਟ ਮੇਰੇ ਖਿਆਲ ਦੇ ਨਾਲ ਇਹਨਾਂ ਦੀ ਸੀਗੀ 1 ਜੁਲਾਈ ਤੱਕ ਸ਼ਾਇਦ, ਤਾਂ ਉਹ ਜਿਹੜੀ ਫਾਈਲ ਕਰਨੀ ਹੈ ਉਹਦੇ ਵਿੱਚ ਤੁਸੀਂ ਇਹ ਜਾਣਕਾਰੀ ਦੇਣੀ ਹੈ ਜੇਕਰ ਇੰਡੀਅਨ ਨਾਗਰਿਕ ਹੋ ਕਿ ਹਾਂ ਮੇਰਾ ਕੋਈ ਖਾਤਾ ਬੈਂਕ ਦੇ ਵਿੱਚ ਵਿਦੇਸ਼ ਦੇ ਅੰਦਰ ਹੈ ਨਹੀਂਗਾ। ਜੇ ਨਿਕਲ ਆਇਆ ਤਾਂ ਫਿਰ ਸਿੱਧੀ 10 ਲੱਖ ਦੀ ਪੈਨਲਟੀ ਇਹਨਾਂ ਨੇ ਨਵੇਂ ਸਿਰੇ ਤੋਂ ਇਹ ਐਲਾਨ ਕੀਤਾ ਹੈ। ਇਹ ਧਿਆਨ ਦੇ ਨਾਲ ਸਾਰੇ ਸੁਣ ਲੈਣ ਕਿ ਜੇਕਰ ਇੱਧਰ ਕਿਸੇ ਦਾ ਚੱਲਦਾ ਖਾਤਾ ਖੁੱਤਾ, ਇੱਧਰ ਸਾਰਾ ਕਾਰ ਵਿਹਾਰ ਰਿਹਾ ਤੇ ਉਹਦੀ ਬਾਹਰਲੇ ਪਾਸੇ ਵੀ ਪ੍ਰਾਪਰਟੀ ਆ, ਬਾਹਰਲੇ ਮੁਲਕ 'ਚ ਵੀ ਆ, ਤਾਂ ਉਹ ITR ਇੱਧਰੋਂ ਭਰਦਾ ਹੈ ਤਾਂ ਉਹਨੂੰ ਇਹ ਦੱਸਣਾ ਹੀ ਪਏਗਾ ਕਿ ਮੇਰੀ ਫਲਾਣੇ ਮੁਲਕ ਦੇ ਵਿੱਚ ਆਹ ਪ੍ਰਾਪਰਟੀ ਜਾਂ ਬੈਂਕ ਅਕਾਊਂਟ ਆ। ਜੇ ਦੁਬਾਰਾ ਫੜਿਆ ਜਾਂਦਾ ਤਾਂ ਸਿੱਧੀ 10 ਲੱਖ ਦੀ ਪੈਨਲਟੀ ਹੈ ਜੀ। ਮਿੰਟੂ ਜੀ, ਜਿਹੜੇ ਪੰਜਾਬ ਵਿੱਚ ਹੜ੍ਹ ਆਏ ਬੀਤੇ ਦਿਨੀ, ਉਹਦੇ ਕਰਕੇ ਹੁਣ ਇਹ ਦੱਸਿਆ ਜਾ ਰਿਹਾ ਵੀ ਅੰਦਾਜ਼ਨ 25 ਲੱਖ ਲੋਕ ਪ੍ਰਭਾਵਿਤ ਹੋਏ ਨੇ ਜੀ। ਬਿਲਕੁਲ, ਬੜੀ ਵੱਡੀ ਵਸੋਂ ਦਾ ਹਿੱਸਾ ਬਣ ਜਾਂਦਾ ਹੈ। ਤਾਂ ਸਭ ਤੋਂ ਜ਼ਿਆਦਾ ਵੈਸੇ ਜੇ ਤੁਸੀਂ ਦੇਖੋਗੇ ਤਾਂ ਪਟਿਆਲੇ ਦਾ ਜ਼ਿਆਦਾ ਹਾਸ਼ਰ ਹੋਇਆ, 458 ਪਿੰਡ ਪ੍ਰਭਾਵਿਤ ਹੋਏ, 1,32,000 ਕੁੱਲ ਵਸੋਂ ਜਿਹੜੀ ਹੈ ਉਹ ਪ੍ਰਭਾਵਿਤ ਹੋਈ ਹੈ। ਇਸ ਤੋਂ ਇਲਾਵਾ 10 ਮੌਤਾਂ ਹੋਈਆਂ ਨੇ। ਤਾਂ ਕੁੱਲ ਮਿਲਾ ਕੇ ਜੇ ਤੁਸੀਂ ਵੇਖੋਗੇ ਪੰਜਾਬ ਦੇ 1432 ਪਿੰਡ ਆ ਜਿਹੜੇ ਹੁਣ ਤੱਕ ਬਹੁਤ ਬੁਰਾ ਨੁਕਸਾਨ ਝੱਲ ਚੁੱਕੇ ਆ। ਇਸ ਤੋਂ ਇਲਾਵਾ ਜੇ ਆਪਾਂ ਇਹ ਦੇਖੀਏ ਤਾਂ 299 ਘਰ ਤਬਾਹ ਹੋ ਗਏ ਹੁਣ ਤੱਕ, ਮਤਲਬ ਕਿ ਅੰਦਾਜ਼ਨ 300, ਕਿਉਂਕਿ ਇਹ ਅੰਕੜੇ ਜਿਹੜੇ ਹੁੰਦੇ ਆ ਉਹਨਾਂ ਨੂੰ ਆਪਾਂ 2-4 ਦਿਨ ਪਛੜ ਕੇ ਰੱਖਾਂਗੇ। ਹਾਲੇ 2-4 ਦਿਨ ਬਾਅਦ ਜੇ ਅਪਡੇਟ ਹੋਣਗੇ ਤਾਂ ਉਹ 300 ਤੱਕ ਲਗਭਗ ਪਹੁੰਚ ਜਾਏਗਾ। 645 ਨੂੰ ਨੁਕਸਾਨ ਹੋਇਆ। ਇਹਦੇ 'ਚ ਮੈਂ ਨਾ ਤੁਹਾਨੂੰ ਇੱਕ ਚੀਜ਼ ਦੱਸ ਦੇਵਾਂ, ਇਹ ਜਿਹੜੇ ਘਰ ਨੁਕਸਾਨੇ ਗਏ 299, ਜਿੱਦਾਂ ਕਈ ਘਰ ਮਲੀਆ ਬੇਟੀ ਹੋ ਗਏ ਨੇ, ਉਹਦੇ 'ਚ ਕੀ ਆ ਕਿ ਸਰਕਾਰ ਵੱਲੋਂ ਮੈਦਾਨੀ ਇਲਾਕਿਆਂ ਵਾਸਤੇ ਇੱਕ ਸਿੰਪਲ ਪਾਲਿਸੀ ਹੈ ਜੀ। ਚਾਹੇ ਤੁਹਾਡਾ ਮਕਾਨ 10 ਕਮਰਿਆਂ ਦਾ ਚਾਹੇ 1 ਕਮਰੇ ਦਾ ਹੈ, ਤੁਹਾਨੂੰ ਰੁਪਈਆ ਮਿਲਣਾ 1,20,000। ਉਹਦੇ 'ਚ ਕੀ ਹੈ ਕਿ 60% ਕੇਂਦਰ ਦਿੰਦਾ, 40% ਜਿਹੜੀ ਆਪਣੀ ਇੱਥੋਂ ਦੀ ਸੂਬਾਈ ਸਰਕਾਰ ਹੁੰਦੀ ਆ। ਤਾਂ ਤੁਸੀਂ ਹਿਸਾਬ ਲਾ ਲਓ ਕਿ ਜੇ ਆਪਾਂ ਗੁਸਲਖਾਨਾ ਬਣਾਉਣਾ ਹੋਵੇ ਨਾ ਅੱਜ ਦੇ ਮਹਿੰਗਾਈ ਦੇ ਜ਼ਮਾਨੇ 'ਚ, ਪੰਜਾਬ ਦੇ ਅੰਦਰ ਉਹ ਨਹੀਂ ਲੱਖ ਤੋਂ ਘੱਟ ਬਣਦਾ। ਇੱਥੇ ਮਕਾਨ ਦਾ ਜਿਹੜਾ ਮੁਆਵਜ਼ਾ ਮਿਲੇਗਾ ਉਹ ਸਾਰੇ ਦਾ ਸਾਰਾ ਜਿਹੜਾ ਨੁਕਸਾਨਿਆ ਘਰ ਹੈ ਉਹਨੂੰ 299, ਤੇ ਜੇ 299 ਘਰ ਜਿੱਦਾਂ ਨੁਕਸਾਨੇ ਗਏ ਤੇ ਇਹ 1,20,000 ਹੋਏਗਾ। ਤੇ ਜੇ ਮੁਰੰਮਤ ਵਾਸਤੇ ਮਤਲਬ ਕਿ ਜੇ ਘੱਟ ਨੁਕਸਾਨ ਹੋਇਆ ਤਾਂ ਉਹਦੇ ਵਾਸਤੇ 80-90,000 ਰੁਪਏ ਮਸਾ ਮਿਲਣਾ ਹੈ ਜੀ। ਇਸ ਕਰਕੇ ਮੁਆਵਜ਼ਾ ਬਹੁਤ ਥੋੜਾ, ਮੁਆਵਜ਼ਾ ਨੀਤੀ ਦੇ ਵਿੱਚ ਵੀ ਸੁਧਾਰ ਦੀ ਜ਼ਰੂਰਤ ਹੈ ਕਿ ਉੱਥੇ ਵੀ ਕੰਮ ਕਰਨਾ ਚਾਹੀਦਾ। ਤਾਂ ਬਾਕੀ ਬਹੁਤ ਹੱਦ ਤੱਕ ਆਪਾਂ ਕਹਿ ਸਕਦੇ 3-4 ਜ਼ਿਲ੍ਹਿਆਂ ਨੂੰ ਤਾਂ ਬਹੁਤ ਹੀ ਜ਼ਿਆਦਾ ਮਾਰ ਪਈ ਆ। ਹਾਲਾਂਕਿ ਕੁਝ ਜ਼ਿਲ੍ਹਿਆਂ ਦੀ ਰਿਪੋਰਟ ਆਉਣੀ ਬਾਕੀ ਆ, ਜਿਵੇਂ ਜਿਵੇਂ ਰਿਪੋਰਟ ਆਈ ਜਾਊਗੀ ਫਿਰ ਪਤਾ ਲੱਗੂਗਾ। ਕੁਝ ਤਾਂ ਕਹਿ ਰਹੇ ਨੇ ਕਿ ਕੁਝ 1000 ਹੈਕਟੇਅਰ ਜ਼ਮੀਨ ਦਾ ਨੁਕਸਾਨ ਹੋਇਆ, ਪਰ ਅੰਦਾਜ਼ਾ ਇਹ ਹੈ ਕਿ ਕੁਝ ਹਜ਼ਾਰ ਨਹੀਂ ਹੋ ਸਕਦਾ ਹੈ ਕਿ ਲੱਖ, 2 ਲੱਖ, 4 ਲੱਖ ਹੈਕਟੇਅਰ ਤੱਕ ਵੀ ਨੁਕਸਾਨ ਚਲਾ ਜਾਵੇ। ਤੇ ਬਦਕਿਸਮਤੀ ਇਹ ਆ ਕਿ ਅੱਜ ਫੇਰ ਬਾਰਿਸ਼ ਸ਼ੁਰੂ ਹੋ ਗਈ ਹੈ ਪੰਜਾਬ ਦੇ ਵਿੱਚ। ਮੈਂ ਹੁਣ ਵੀ ਦੇਖ ਰਿਹਾ ਸੀਗਾ ਕਿ ਇਮਕਾਨ ਹੈ, ਪੇਸ਼ੀਨਗੋਈ ਹੈ ਕਿ ਬਈ ਮੀਂਹ ਅੱਗੇ ਪੈ ਸਕਦੇ ਆ। ਕਸ਼ਮੀਰ 'ਚ ਵੀ ਮੀਂਹ ਪੈ ਗਏ, ਹਿਮਾਚਲ 'ਚ ਵੀ ਸ਼ੁਰੂ ਹੈ। ਤਾਂ ਇਹਦਾ ਮਤਲਬ ਇਹ ਹੈ ਕਿ ਕੁਝ ਡੈਮਾਂ ਤੋਂ ਜਿਹੜਾ ਪਾਣੀ ਛੱਡਿਆ ਜਾ ਰਿਹਾ, ਆਉਣ ਵਾਲੇ ਦਿਨਾਂ ਦੇ ਵਿੱਚ ਇਹ ਦਿੱਕਤ ਭਾਰੀ ਹੋ ਸਕਦੀ ਆ। ਮਾਨਸਾ ਜ਼ਿਲ੍ਹੇ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਘੱਗਰ ਦੀ ਮਾਰ ਹਾਲੇ ਵੀ ਕੋਈ ਘੱਟ ਨਹੀਂ ਹੋਈ, ਬਲਕਿ ਜਿਹੜਾ ਸਰਦੂਲਗੜ੍ਹ ਸ਼ਹਿਰ ਹੈ ਉਹਦੇ ਵਿੱਚ ਪਾਣੀ ਆ ਲੱਗਾ ਜੀ। ਮਿੰਟੂ ਜੀ, ਇਹ ਦੱਸਿਓ, ਹੁਣ ਆਮ ਆਦਮੀ ਪਾਰਟੀ ਦੇ ਵਿੱਚ ਵੀ ਇਸ ਤਰ੍ਹਾਂ ਦੀ ਮੰਗ ਉੱਠ ਰਹੀ ਹੈ ਵੀ ਉਪ ਮੁੱਖ ਮੰਤਰੀ ਕੋਈ ਦਲਿਤ ਭਾਈਚਾਰੇ ਦਾ ਵਿਅਕਤੀ ਹੋਣਾ ਚਾਹੀਦਾ। ਜੀ ਬਿਲਕੁਲ, ਦੇਖੋ ਅੱਜ ਇਹ ਮੰਗ ਜਿਹੜੀ ਆ ਉਹ ਚੁੱਕੀ ਆ ਇਹਨਾਂ ਦੇ ਬੜੇ ਲੋਕਪ੍ਰਿਯ, ਕਹਿ ਲਓ ਬੜੇ ਮਤਲਬ ਕਿ ਫੇਮਸ ਹੈਗੇ ਨੇ MLA। ਨਾਮ ਦੱਸਣ ਦਾ ਤਾਂ ਮੈਨੂੰ ਲੱਗਦਾ ਕਿ ਜ਼ੋਰ ਲਾਉਣ ਦੀ ਲੋੜ ਹੀ ਨਹੀਂ ਪੈਣੀ, ਲੋਕਾਂ ਨੇ ਬੁੱਝ ਲੈਣਾ। ਉਹ ਨਾਮ ਹੈ ਦੇਵ ਮਾਨ, ਕਿਹੜਾ ਸਾਡਾ ਨਾਂ ਨਹੀਂ ਜਾਣਦਾ ਜੀ। ਤਾਂ ਇਹ ਬੜੇ ਵਾਇਰਲ ਹੁੰਦੇ ਨੇ ਅੱਜ ਕੱਲ੍ਹ। ਤਾਂ ਇਹਨਾਂ ਨੇ ਮੰਗ ਚੁੱਕੀ ਆ ਕਿ ਬਈ ਦਲਿਤ
ਉਪ ਮੁੱਖ ਮੰਤਰੀ ਹੋਣਾ ਚਾਹੀਦਾ ਸੂਬੇ ਦਾ। ਤੇ ਜਦੋਂ ਇਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਡੇ ਦ੍ਰਿਸ਼ਟੀਕੋਣ ਤੋਂ ਜੇ ਵੇਖੀਏ ਤਾਂ ਬਈ ਕਾਬਲ ਕੌਣ ਹੈ, ਕਿਉਂਕਿ ਕਹਿੰਦੇ ਨੇ ਕਿ ਬੰਦਾ ਜੀ ਕਾਬਲ ਹੋਣਾ ਚਾਹੀਦਾ ਦਲਿਤ ਮੁੱਖ ਮੰਤਰੀ, ਤਾਂ ਕਿ ਉਹਦਾ ਉਪ ਮੁੱਖ ਮੰਤਰੀ ਕਿ ਬਈ ਦਲਿਤਾਂ ਦਾ ਉਥਾਨ ਹੋ ਸਕੇ। ਉਹ ਕਹਿੰਦੇ ਜੀ ਕਾਬਲ ਫਿਰ ਕੌਣ? ਕਹਿੰਦੇ ਜੀ ਕਾਬਲਾਂ ਦੀ ਸੂਚੀ ਵਿੱਚ ਤੇ ਮੈਂ ਵੀ ਹੈਗਾ, ਆਪਾਂ ਵੀ ਹੈਗੇ ਆ। ਤਾਂ ਇਹ ਉਹਨਾਂ ਨੇ ਕਹਿ ਦਿੱਤਾ ਆਪੇ ਮੈਂ ਰੱਜੀ ਪੂਜੀ ਤੇ ਆਪੇ ਮੇਰੇ ਬੱਚੇ ਜੀਣ। ਨਾਲ ਉਹਨਾਂ ਨੇ ਮੰਗ ਚੁੱਕ ਕੇ ਤੇ ਆਪਣੇ ਆਪ ਨੂੰ ਵੀ ਕਾਬਲਾਂ ਦੀ ਕਤਾਰ 'ਚ ਖੜਾ ਕਰ ਦਿੱਤਾ ਹੈ ਕਿ ਲਓ ਭਾਈ, ਜੇ ਤੁਹਾਨੂੰ ਕਾਬਲ ਬੰਦੇ ਦੀ ਜ਼ਰੂਰਤ ਹੈਗੀ ਤੇ ਆਪਾਂ ਹਾਜ਼ਰ ਹਾਂ। ਵੈਸੇ ਦੇਖੋ ਇਹ ਸ਼ਾਇਦ ਲੋਕਾਂ ਨੂੰ ਨਹੀਂ ਦੱਸਦੇ, ਪਰ ਲੋਕ ਹੁਣ ਤਾਂ ਜਾਣਦੇ ਹੀ ਆ ਕਿ ਉਪ ਮੁੱਖ ਮੰਤਰੀ ਇੱਕ ਸਿਰਫ ਜਿੱਦਾਂ ਕਹਿ ਲਓ ਕਿ ਨਾਂ ਦੀ ਕਲਗੀ ਆ, ਕਲਗੀ ਲਾ ਦਿੰਦੇ ਆ ਕਿ ਹਾਂ ਭਾਈ ਤੁਰਿਆ ਫਿਰ। ਉਪ ਮੁੱਖ ਮੰਤਰੀ ਕੋਈ ਸੰਵਿਧਾਨਕ ਅਹੁਦਾ ਨਹੀਂ ਹੈਗਾ ਵਿਜੇ। ਤੁਹਾਨੂੰ ਪਤਾ ਨਾ ਚੰਨੀ ਸਰਕਾਰ 'ਚ ਕਿੰਨੇ ਬਣੇ ਗਏ ਸੀਗੇ ਜੀ, ਉਹਨਾਂ ਦੀ ਕੋਈ ਔਕਾਤ ਨਹੀਂ ਹੈਗੀ, ਬਸ ਹਾਂ ਠੀਕ ਆ ਤੁਰੇ ਫਿਰ ਉਪ ਮੁੱਖ ਮੰਤਰੀ ਹੈ, ਕਿਉਂਕਿ ਸੰਵਿਧਾਨਕ ਤੌਰ ਤੇ ਕੋਈ ਅਹੁਦਾ ਨਹੀਂ। ਉਹਨਾਂ ਦਾ ਜਿਹੜਾ ਦਰਜਾ ਹੁੰਦਾ ਹੈ ਉਹ ਸਿਰਫ ਕੈਬਨਿਟ ਮੰਤਰੀ ਦਾ ਹੁੰਦਾ ਹੈ। ਤੇ ਇਸ ਤੋਂ ਇਲਾਵਾ ਜੇ ਦਲਿਤਾਂ ਦੇ ਜਾਂ ਐਸੀ ਭਾਈਚਾਰੇ ਦੇ ਉਥਾਨ ਦੀ ਗੱਲ ਕਰਨੀ ਆ, ਉਹਨਾਂ ਦੇ ਉਦਾਰ ਦੀ ਗੱਲ ਕਰਨੀ ਆ, ਤਾਂ ਫਿਰ ਤਾਂ ਤੁਹਾਡੇ ਕੋਲ ਜੋ ਫਾਈਨੈਂਸ ਮਿਨਿਸਟਰ ਹੈ ਇਸ ਵੇਲੇ ਉਹੀ ਹੈਗਾ, ਜਿਹੜੇ ਪੇਸ਼ੇ ਤੋਂ ਵਕੀਲ ਨੇ। ਤਾਂ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਇਸ ਵੇਲੇ ਸਰਕਾਰ ਦੇ ਵਿੱਚ, ਉਹ ਦੂਜੇ ਨੰਬਰ ਤੇ ਨੇ, ਪਾਵਰਫੁਲ ਨੇ ਉਹ ਜੀ। ਤਾਂ ਬਹੁਤ ਕੁਝ ਕੀਤਾ ਜਾ ਸਕਦਾ, ਜ਼ਰੂਰੀ ਨਹੀਂ ਹੈ। ਪਰ ਇਹ ਵੀ ਹੈ ਕਿ ਜੇਕਰ ਐਸੀ ਭਾਈਚਾਰੇ ਦੀ ਮੰਗ ਤੇ, ਜਿਵੇਂ ਇਹਨਾਂ ਨੇ ਕਿਹਾ ਕਿ ਅਸੀਂ ਨੁਮਾਇੰਦਗੀ ਕਰਦੇ ਹਾਂ, ਇਹ ਸਾਡੇ ਭਾਈਚਾਰੇ ਵਾਸਤੇ ਇਦਾਂ ਹੋਣਾ ਚਾਹੀਦਾ, ਤਾਂ ਬਿਲਕੁਲ ਹੋਣਾ ਚਾਹੀਦਾ। ਮੈਂ ਤਾਂ ਕਹਿੰਦਾ ਕਿ ਭਾਵੇਂ ਐਸੀ ਭਾਈਚਾਰੇ ਦਾ ਮੁੱਖ ਮੰਤਰੀ ਵੀ ਬਣ ਜਾਵੇ, ਕਿ ਚੰਨੀ ਸਾਹਿਬ ਬਣੇ ਸਨ ਤਾਂ ਅਸਾਂ ਖੁਸ਼ੀ ਕੀਤੀ ਸੀਗੀ। ਪਰ ਇਹਦੇ ਨਾਲ ਕੀ ਹੈ ਕਿ ਦੂਸਰੇ ਪਾਸੇ ਜਦੋਂ ਆਪਾਂ ਸਿਆਸੀ ਸਮੀਕਰਨ ਦੇਖਦੇ ਆ ਨਾ, ਖਾਸ ਤੌਰ ਤੇ ਜਾਤ ਆਧਾਰਿਤ, ਧਰਮ ਆਧਾਰਿਤ, ਤਾਂ ਫਿਰ ਇੱਕ ਮੰਗ ਹੋਰ ਉੱਠੇਗੀ ਕਿ ਹਿੰਦੂਆਂ ਦਾ ਵੀ ਹੋਣਾ ਚਾਹੀਦਾ ਹੈ, ਜਿਵੇਂ ਇਹਨਾਂ ਨੇ ਓਪੀ ਸੋਨੀ ਨੂੰ ਲਿਆ ਸੀਗਾ। ਤੇ ਇਹ ਸਮੱਸਿਆ ਕਈ ਵਾਰ ਹੋ ਜਾਂਦੀ ਹੈ। ਪਰ ਇਹਨਾਂ ਨੇ ਸ਼ਾਇਦ ਆਖਿਆ ਵੀ ਸੀਗਾ ਇੱਕ ਵਾਰੀ ਕਿ ਅਸੀਂ ਉਪ ਮੁੱਖ ਮੰਤਰੀ ਬਣਾਵਾਂਗੇ, ਕਦੋਂ ਬਣਾਉਂਦੇ ਪਤਾ ਨਹੀਂ, ਪਰ ਜੇ ਇਹਨਾਂ ਨੂੰ ਕੋਈ ਨਹੀਂ ਲੱਭ ਰਿਹਾ ਤੇ ਨਾਭੇ ਜਾਵਣ ਦੇ ਮਨ ਹਾਜ਼ਰ ਹੈ ਜੀ। ਮਿੰਟੂ ਜੀ ਇਹ ਦੱਸਿਓ, ਹੁਣ FD ਵਾਲਾ ਕਿਹੜਾ ਮਾਮਲਾ ਜਿਹੜਾ SGPC ਉਸ ਮਾਮਲੇ ਦੇ ਵਿੱਚ ਘਿਰਦੀ ਜਾ ਰਹੀ ਹੈ, ਕੀ ਡਿਟੇਲ ਹੈ ਜੀ? ਦੇਖੋ FD ਦਾ ਮਸਲਾ ਇਹ ਹੈ ਕਿ ਜੋ FD ਕਰਾਉਂਦੇ ਆ ਇਹ ਸ਼੍ਰੋਮਣੀ ਕਮੇਟੀ ਵਾਲੇ, ਆਪਣੇ ਸਮੁੱਚੇ ਦੱਸਦੇ ਆ ਕਿ 1200 ਕਰੋੜ ਰੁਪਏ ਦਾ ਜਿਆਦਾ ਬਜਟ ਦਾ ਆਪਾਂ ਲਾ ਲਈਏ ਕਿ ਸਾਰਾ ਹੁੰਦਾ ਫਿਗਰ, ਤਾਂ ਇਹਦੇ ਵਿੱਚ ਜਿਹੜਾ ਲਗਭਗ 3% ਹੁੰਦਾ ਹੈ ਨਾ, ਜੋ ਬੈਂਕਾਂ ਦਾ ਵਿਆਜ ਕਰੀਬ 36 ਕਰੋੜ ਰੁਪਈਆ ਬਣਦਾ, ਉਸਨੂੰ ਹਾਸਲ ਕਰਨ ਵਾਸਤੇ ਬੈਂਕਾਂ ਨਾਲ ਪੈਸਿਆਂ ਦਾ ਲੈਣ ਦੇਣ ਜਿਹੜਾ ਹੁੰਦਾ, ਤਾਂ ਉਹਦੇ 'ਚ ਕੁਝ ਮਸਲਾ ਹੈ। ਤਾਂ ਜਿਹੜੇ ਮਤਲਬ ਕਿ ਜੋ ਇਹਨਾਂ ਦੇ ਬਹੁਤ ਵੱਡੇ ਅਸਾਸੇ ਨੇ, ਮਾਇਕ ਅਸਾਸੇ ਨੇ, ਉਹਨਾਂ ਨੂੰ ਡਿਪੋਜ਼ਿਟ ਕੀਤਾ ਜਾਂਦਾ, ਫਿਕਸਡ ਡਿਪੋਜ਼ਿਟ, ਤੇ ਉਸ ਤੋਂ ਬਾਅਦ ਇੱਕ ਬਹੁਤ ਵੱਡੀ ਰਕਮ ਬਣਦੀ ਹੈ ਇੰਟਰਸਟ ਦੀ, ਵਿਆਜ ਦੀ, ਕਿਉਂਕਿ ਬੈਂਕ ਤੇ ਵਿਆਜ ਨਾਲ ਹੀ ਚੱਲਦੇ ਨਾ। ਤੁਹਾਨੂੰ ਪਤਾ ਇੱਕ ਪਾਸਿਓ ਡਿਪੋਜ਼ਿਟ ਹੋਏ, ਦੂਸਰੇ ਪਾਸੇ ਉਹਨਾਂ ਨੇ ਲੋਨ ਦਿੱਤੇ, ਹੋਰ ਬੈਂਕਾਂ ਦੇ ਕਿਹੜਾ ਹਾਲ ਚੱਲਦੇ ਆ, ਕਿਹੜਾ ਟਰਾਲੇ ਚੱਲਦੇ ਆ, ਆਹੀ ਕੁਝ ਚੱਲਦਾ ਆ। ਇੱਧਰ ਕੀ ਹੈ ਕਿ ਜੋ ਫਿਕਸਡ ਡਿਪੋਜ਼ਿਟ ਦੇ ਵਿੱਚ ਜਾਂਦੀ ਹੈ ਇਹਨਾਂ ਦੀ ਰਾਸ਼ੀ, ਉਹਦੇ ਵਿੱਚ ਇਹ ਦੋਸ਼ ਲੱਗਾ ਹੈ ਕਥਿਤ ਤੌਰ ਤੇ ਕਿ ਬਈ FD ਕਰਾਉਣ ਵਾਲਾ ਜਿਹੜਾ ਕੋਈ ਇਹਨਾਂ ਦਾ ਹੋਏਗਾ ਉੱਥੇ ਕਰਤਾ ਧਰਤਾ ਜੀ, ਉਹ ਕਹਿੰਦੇ ਕਿ ਇਹਨਾਂ ਨੇ ਇੱਕ ਬੈਂਕ ਨੂੰ ਜ਼ਿਆਦਾ ਪ੍ਰਾਇੋਰਟੀ ਦਿੱਤੀ ਆ, ਜਦ ਕਿ ਉਹਦੀ ਵਿਆਜ ਦਰ ਦੂਸਰੇ ਬੈਂਕਾਂ ਦੇ ਮੁਕਾਬਲੇ ਘੱਟ ਹੈ। ਇਹ ਵੈਸੇ ਤਾਂ ਰਕਮ ਜਿੱਦਾਂ ਆਪਾਂ ਕਹਿੰਦੇ ਕਿ 1200 ਕਰੋੜ ਦੇ ਬਜਟ ਦਾ ਮਸਲਾ ਹੈ, ਉਹਦੀ ਵਿਆਜ ਜਿਹੜੀ ਹੈ 36 ਕਰੋੜ ਰੁਪਈਆ ਬਣਦੀ ਹੈ, ਪਰ ਜਿਸ ਨੂੰ ਇਹ ਪਹਿਲ ਦਿੱਤੀ ਗਈ ਹੈ ਬੈਂਕ ਨੂੰ, ਉਹਦਾ ਇੰਟਰਸਟ ਰੇਟ ਮੁਕਾਬਲਤਨ ਦੂਜਿਆਂ ਦੇ ਉਹ ਘੱਟ ਹੈ। ਪਰ ਉਸ ਨੂੰ ਪਹਿਲ ਇਸ ਕਰਕੇ ਦਿੱਤੀ ਗਈ ਕਿ ਇਹਨਾਂ ਦੇ ਵਿੱਚੋਂ ਕੁਝ ਖਾਸ ਬੰਦਿਆਂ ਦੀ ਜਿਹੜੇ ਆ ਉਹਨਾਂ ਦੇ ਨਾਲ ਲਿੰਕ ਆ। ਤਾਂ ਖੈਰ ਇੱਧਰੋਂ ਸਫਾਈ ਵੀ ਆਈ ਹੈ, ਜਿਹੜੇ OSD ਹੈ ਧਾਮੀ ਸਾਹਿਬ ਦੇ, ਉਹ ਕਹਿੰਦੇ ਆ ਕਿ ਸਾਰੇ ਬੈਂਕਾਂ ਨੂੰ FD ਦਿੱਤੀ ਜਾਂਦੀ ਹੈ, ਮਤਲਬ ਕਿ ਵੰਡ ਵੰਡਾ ਕੇ ਅਸੀਂ ਦਿੰਦੇ ਆ, ਜ਼ਿਆਦਾਤਰ ਅਸੀਂ ਇਦਾਂ ਹੀ ਚੱਲਦੇ ਆ। ਤਾਂ ਇਸ ਪਾਸਿਓਂ ਇਹ ਸਫਾਈ ਆਈ ਹੈ। ਦੂਸਰੇ ਪਾਸਿਓਂ ਜਿਹੜੇ ਹੈਗੇ ਨੇ ਗਰੇਵਾਲ ਸਾਹਿਬ, ਉਹ ਕਹਿੰਦੇ ਆ ਕਿ ਦੇਖੋ ਜਦੋਂ ਮਾਮਲਾ ਵਿਚਾਰਨ ਲਈ ਮਿਲੇਗਾ ਤੇ ਅਸੀਂ ਪੂਰੀ ਘੋਖ ਕਰਾਂਗੇ ਦੀ, ਫਿਰ ਸਿੱਟੇ ਤੱਕ ਪਹੁੰਚਾਂਗੇ। ਪਰ ਇਹ ਸਾਫ਼ ਹੈ, ਸਪਸ਼ਟ ਹੈ ਵਿਜੇ ਜੀ, ਕਿ ਆਪਾਂ ਦੇਖਦੇ ਪਏ ਹਾਂ SGPC ਦਾ ਕੋਈ ਨਾ ਕੋਈ ਵਿਵਾਦ ਜਿਹੜਾ ਹੈ ਨਾ, ਹਫ਼ਤੇ 10 ਦਿਨ ਬਾਅਦ ਸਾਹਮਣੇ ਆ ਜਾਂਦਾ। ਅੱਗੇ ਝੂਠ ਘੁਟਾਲਾ ਆਇਆ, ਉਸ ਤੋਂ ਬਾਅਦ ਕਾਰਵਾਈ ਹੋਈ, ਕਾਰਵਾਈ ਤੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਗਏ, ਇੱਥੋਂ ਤੱਕ ਕਿ 2 ਬਦਲੀਆਂ ਦਾ ਵੀ ਅੱਜ ਚਰਚਾ ਚੱਲਿਆ, ਜਿਹਦੇ ਵਿੱਚ ਉਹਨਾਂ ਨੇ ਕੈਂਸਲ ਕੀਤੀਆਂ ਤੇ ਇਹ ਹਵਾਲਾ ਦੇ ਦਿੱਤਾ ਇੱਕ ਦਾ, ਤਾਂ ਅਖੇ ਜੀ ਉਹ ਜਿਹੜੀਆਂ ਬਦਲੀਆਂ ਕੀਤੀਆਂ ਸੀ ਨਾ ਹੀ ਗਲਤ ਪੈ ਗਿਆ।
ਇਸ ਕਰਕੇ ਐਸਜੀਪੀਸੀ ਨੂੰ ਆਪਣੇ ਪ੍ਰਬੰਧਾਂ 'ਚ ਤੁਰੰਤ ਸੁਧਾਰ ਦੀ ਜ਼ਰੂਰਤ ਆ, ਕਿਉਂਕਿ ਇੱਕ ਪਾਸੇ ਦੇਖੋ ਹੁਣ ਜਿਵੇਂ ਜਾ ਕੇ ਬਿਪਤਾ ਦੇ ਵਿੱਚ ਫਸੇ ਲੋਕਾਂ ਨੂੰ ਲੰਗਰ ਛਕਾਏ ਜਾਂਦੇ ਆ, ਇਹਨਾਂ ਦੇ ਸੇਵਾਦਾਰ ਸੇਵਾ ਕਰਦੇ ਆ, ਉਹ ਬੜੀ ਮਹਾਨ ਵਡਿਆਈ ਆ। ਤਾਂ ਦੂਸਰੇ ਪਾਸੇ ਜਦੋਂ ਇਸ ਤਰ੍ਹਾਂ ਦੀ ਪ੍ਰਬੰਧਾਂ ਦੇ ਵਿੱਚੋਂ ਕੋਈ ਕਹਾਣੀ ਨਿਕਲ ਆਉਂਦੀ ਹੈ, ਵਿਵਾਦਤ ਕਹਾਣੀ ਨਿਕਲ ਆਉਂਦੀ ਹੈ, ਤਾਂ ਫਿਰ ਮਾਮਲਾ ਥੋੜਾ ਜਿਹਾ ਨਾ ਕਸੂਤਾ ਹੋ ਜਾਂਦਾ ਹੈ। ਜੀ ਮਿੰਟੂ ਜੀ, ਇਹ ਵੀ ਦੱਸਿਓ ਕਿ ਹੁਣ ਭਾਜਪਾ ਵੱਲੋਂ ਹੁਣ ਅਣਦੇਖੀ ਕਰ ਦਿੱਤੀ ਗਈ ਹੈ, ਉਸ ਤੋਂ ਮਗਰੋਂ ਸੁਖਬੀਰ ਬਾਦਲ ਨੇ ਹੁਣ ਨਵੀਂ ਤਿਆਰੀ ਵਿੱਢੀ ਹੈ। ਕੀ ਕਹਿ ਰਹੇ ਨੇ ਸੁਖਬੀਰ ਬਾਦਲ? ਉਹਨਾਂ ਨੇ ਉਹੀ ਕਿਹਾ, ਜਿਵੇਂ ਉਹ ਕਹਿੰਦੇ ਸੀਗੇ ਨਾ ਬੜੇ ਜੋਸ਼ ਦੇ ਵਿੱਚ ਆ ਕੇ, ਕਿ ਸਾਡੇ ਕਾਲੀਆਂ 'ਚ ਬੜਾ ਕਰੰਟ ਹੈ ਤੇ ਇਹ ਤੇ ਮੰਗਲ ਗ੍ਰਹਿ ਤੇ ਵੀ ਰੈਲੀ ਕਰ ਸਕਦੇ ਆ। ਯਾਦ ਉਹਨਾਂ ਦੇ ਵੈਸੇ ਨਾ ਡਾਇਲੌਗ ਬਹੁਤ ਫੇਮਸ ਡਾਇਲੌਗ ਸੀਗੇ। ਤਾਂ ਇਦਾਂ ਹੀ ਹੁਣ ਉਹਨਾਂ ਨੇ ਉਹੀ ਕਰੰਟ ਵਾਲੇ ਜਿਹੜੇ ਅਕਾਲੀ ਆ ਉਹਨਾਂ ਨੂੰ ਕਿਹਾ ਕਿ ਭਾਈ ਤੁਸੀਂ ਥੋੜੇ ਚੰਟ ਵੀ ਹੋ ਜਾਓ, ਕਰੰਟ ਵੀ ਕਾਇਮ ਕਰ ਲਓ, ਕਿਉਂਕਿ ਇਲੈਕਸ਼ਨ ਕੱਲਿਆਂ ਨੇ ਲੜਨਾ ਆ, ਇਲੈਕਸ਼ਨ ਲੜਨਾ ਪੈਣਾ ਤੇ ਤਿਆਰ ਹੋ ਜਾਓ। ਮਤਲਬ ਕਿ ਸਾਫ਼ ਹੈ ਕਿ ਅਕਾਲੀ ਦਲ ਨੇ ਆਪਣੇ ਕੈਡਰ ਨੂੰ ਇੱਕ ਮੈਸੇਜ ਦੇ ਦਿੱਤਾ ਹੈ ਕਿ ਹੁਣ ਤੋਂ ਤਿਆਰੀਆਂ ਵਿੱਢ ਦਿੱਤੀਆਂ ਜਾਣ, ਸਾਰੇ ਤਿਆਰੀਆਂ 'ਚ ਜੁਟ ਜਾਓ, ਕਿਉਂਕਿ ਆਮ ਆਦਮੀ ਪਾਰਟੀ ਨੂੰ ਆਪਾਂ ਖਦੇੜਨਾ ਆ। ਤੇ ਉਧਰੋਂ ਭਾਜਪਾ ਨੂੰ ਵੀ ਮੈਸੇਜ ਲੱਗ ਗਏ ਆ, ਭਾਜਪਾ ਵਾਲੇ ਵੀ ਕਹਿੰਦੇ ਆ ਕਿ ਬਈ ਤੁਸੀਂ ਵੀ ਤਿਆਰ ਬਰ ਤਿਆਰ ਰਹੋ, ਆਪਾਂ ਐਤਕੀ 13 ਦੀਆਂ 13 ਲੜਨੀਆਂ ਨੇ। ਤੇ ਮੈਨੂੰ ਲੱਗਦਾ ਕਿ ਉਧਰੋਂ ਕਾਂਗਰਸ ਦਾ ਵੀ ਰੌਲਾ ਪੈ ਜਾਣਾ। ਅੱਜ ਕਾਂਗਰਸੀ ਕਹਿੰਦੇ ਕਿ ਹਾਂ ਸਾਡਾ ਕਾਹਦਾ ਸਮਝੌਤਾ, ਅੱਜ ਤਾਂ ਸਮਝੌਤਾ ਕੋਈ ਕੀਤਾ ਹੀ ਨਹੀਂ ਹੈ ਜੀ, ਸੀਟ ਸ਼ੇਅਰਿੰਗ ਦਾ ਰੌਲਾ ਨਾ ਪੈ ਜਾਵੇ ਤੇ ਇਹ ਨਾ ਹੋਵੇ ਕਿ ਆਮ ਆਦਮੀ ਪਾਰਟੀ ਦਾ ਚੰਗਾ ਮੋਟਾ ਦਾ ਲੱਗ ਜਾਵੇ, ਤੇ ਇਹ ਵੀ ਨਾ ਹੋਵੇ ਕਿ ਜਿਸ ਤਰ੍ਹਾਂ ਦੀ ਸੂਰਤ-ਹਾਲ ਬਣੀ ਪਈ ਆ, ਭਾਜਪਾ ਕੋਲ ਐਕਸਪੀਰੀਅੰਸ ਬਹੁਤ ਤਗੜਾ ਹੈ ਕਿ ਕੋਈ ਬਣਾਉਂਦਾ ਰਹੇ ਤੇ ਉਹ ਚੁੱਕ ਕੇ ਲੈ ਜਾ। ਉਹ ਵੀ ਬਹੁਤ ਉਹਨਾਂ ਦਾ ਇੱਕ ਐਕਸਪੀਰੀਅੰਸ ਤਗੜਾ ਨਾ, ਚੁੱਕ ਕੇ ਵੀ ਲੈ ਜਾਂਦੇ ਹੀਰੇ ਮੋਤੀ। ਤਾਂ ਖੈਰ ਇਹ ਦੇਖਣਾ ਹੋਏਗਾ ਕਿ ਹੁਣ ਕੌਣ ਬਾਜੀ ਮਾਰਦਾ, ਪਰ ਤਿਆਰੀਆਂ ਸਾਰੀਆਂ ਪਾਰਟੀਆਂ ਨੇ ਵਿੱਢ ਦਿੱਤੀਆਂ। ਆਪਾਂ ਕੱਲ ਵੀ ਸ਼ਾਇਦ ਗੱਲ ਕੀਤੀ ਆ ਕਿ ਜਿਹੜੇ ਹੈਗੇ ਆ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਉਹਨਾਂ ਦੀ ਜਗ੍ਹਾ ਵਿਜੇ ਸਾਂਪਲਾ ਨੂੰ ਥਾਪੀ ਦਿੱਤੀ ਗਈ ਹੈ। ਭਾਜਪਾ ਵੀ ਤਿਆਰ ਬਰ ਤਿਆਰ ਹੈ। ਔਰ ਦੇਖਣ ਵਾਲੀ ਗੱਲ ਇਹ ਹੈ ਕਿ ਸੁਨੀਲ ਜਾਖੜ ਨੇ ਇੱਕ ਬਹੁਤ ਵੱਡੀ ਸਟੇਟਮੈਂਟ ਦਿੱਤੀ ਹੈ। ਸੁਨੀਲ ਜਾਖੜ ਦੀ ਸਟੇਟਮੈਂਟ ਜਿਹੜੀ ਹੈ ਉਹ ਚੰਡੀਗੜ੍ਹ ਦੇ ਵਿੱਚ ਜੋ ਵੱਖਰੀ ਵਿਧਾਨ ਸਭਾ ਹੈ ਉਹਨੂੰ ਬਣਾਉਣ ਨੂੰ ਲੈ ਕੇ ਆ ਕਿ ਬਈ ਉਹ ਪੰਜਾਬ ਦੀ ਜ਼ਮੀਨ ਆ, ਇਸ ਤਰ੍ਹਾਂ ਤੁਸੀਂ ਨਹੀਂ ਦੇ ਸਕਦੇ। ਤਾਂ ਆਪਾਂ ਸਮਝ ਸਕਦੇ ਆ ਕਿ ਜਿੱਦਾਂ ਇੱਕ ਤਰਫ ਹੁੰਦਾ ਰਾਸ਼ਟਰਵਾਦ, ਦੂਸਰੇ ਪਾਸੇ ਹੁੰਦਾ ਉਪ ਰਾਸ਼ਟਰਵਾਦ, ਤਾਂ ਉਸੇ ਤਰ੍ਹਾਂ ਭਾਜਪਾ ਦੀ ਵੀ ਗੇਮ ਇਹੀ ਰਹਿੰਦੀ ਹੈ ਕਿ ਉਤਲੇ ਲੈਵਲ ਤੇ ਕੁਝ ਹੋਰ, ਹੇਠਲੇ ਲੈਵਲ ਤੇ ਸਥਾਨਕ ਮੁੱਦਿਆਂ ਤੇ ਖੇਡਿਆ ਜਾਂਦਾ। ਤਾਂ ਸੁਨੀਲ ਜਾਖੜ ਇਹਦੇ ਵਿੱਚ ਪੂਰੀ ਮਹਾਰਤ ਰੱਖਦੇ, ਉਹਨਾਂ ਨੇ ਵੀ ਸਟਾਰਟ ਕਰ ਦਿੱਤੀ ਆ ਭਾਈ ਜੀ। ਤੇ ਮਿੰਟੂ ਜੀ, ਅੱਜ ਦੀ ਖੁਸ਼ਨੁਮਾ ਖਬਰ ਕੀ ਹੈ ਜੀ? ਜੀ ਬਿਲਕੁਲ ਖੁਸ਼ਨੁਮਾ ਖਬਰ ਜਿਹੜੀ ਹੈ ਉਹ ਇੱਕ ਫਾਇਰਮੈਨ ਦੀ ਹੈ ਤੇ ਦੱਸਦੇ ਆ ਕਿ ਜੈਪੁਰ ਦੇ ਵਿੱਚ ਇੱਕ ਹਾਦਸਾ ਹੋ ਗਿਆ, ਹਸਪਤਾਲ ਦੇ ਵਿੱਚ ਸ਼ਾਰਟ ਸਰਕਟ ਦੇ ਨਾਲ ਅੱਗ ਲੱਗ ਗਈ। ਤਾਂ ਉੱਥੇ ਫਾਇਰਮੈਨ ਨੇ 22 ਬੱਚਿਆਂ ਨੂੰ ਬਚਾਇਆ। ਬੜਾ ਬਹਾਦਰ ਇਨਸਾਨ ਹੈ ਤੇ ਉਹਦੀ ਤਾਰੀਫ ਹੋ ਰਹੀ ਹੈ ਜਿਸ ਤਰ੍ਹਾਂ ਉਹ ਕੱਢ ਰਿਹਾ। ਉਹਦੀ ਇੱਕ ਤਸਵੀਰ ਵੀ ਅਖਬਾਰ ਦੇ ਵਿੱਚ ਛਪੀ ਹੈ ਤੇ ਲੋਕ ਸਲਾਮ ਕਰ ਰਹੇ ਆ ਕਿ ਇਹੋ ਜਿਹੇ ਬਹਾਦਰ ਲੋਕ ਜਿਹੜੇ ਆ ਉਹ ਇਹੋ ਜਿਹੀ ਸੇਵਾ ਦੇ ਵਿੱਚ ਹਮੇਸ਼ਾ ਰਹਿਣੇ ਚਾਹੀਦੇ ਆ। ਪ੍ਰਕਾਸ਼ ਮੀਨਾ ਦਾ ਨਾਮ ਆ। ਬਹੁਤ ਲੋਕ ਸਜਦਾ ਕਰ ਰਹੇ ਆ ਕਿ 22 ਮਾਸੂਮ ਜ਼ਿੰਦਗੀਆਂ ਇਸ ਬੰਦੇ ਨੇ ਤੱਤ ਫੱਟ ਜਿਹੜੀਆਂ ਸੀਗੀਆਂ ਲੋੜ ਵੇਲੇ ਇਹਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਬਚਾ ਲਈਆਂ ਜੀ।